ਹੈਲੋ ਸਟੂਡੈਂਟਸ। ਬੱਚੇ ਜਿਵੇਂ ਆਪਾਂ ਐਕਸਪੋਨੈਂਟਸ ਐਂਡ ਪਾਵਰਸ ਜਿਹੜਾ ਟੌਪਿਕ ਸੀ ਉਹ ਕਰਦੇ ਸੀਗੇ, ਠੀਕ ਹੈ, ਜਿਹਨੂੰ ਅਸੀਂ ਪੰਜਾਬੀ 'ਚ ਕੀ ਕਹਿੰਦੇ ਆ, ਘਾਤ ਅੰਕ ਅਤੇ ਘਾਤ, ਠੀਕ ਹੈ। ਅੱਜ ਆਪਾਂ ਇਹਦਾ ਅਭਿਆਸ ਜਿਹੜਾ ਵਾ ਉਹ 13.2 ਉਹ ਕਰਨਾ ਵਾ, ਠੀਕ ਹੈ। ਪਿਛਲੀ ਵੀਡੀਓ 'ਚ ਆਪਾਂ 13.1 ਕੀਤਾ ਸੀਗਾ, ਠੀਕ ਹੈ। ਇਹਦੇ 13.2 'ਚ ਹੈਗਾ ਹੈ ਕਿ ਘਾਤ ਅੰਕਾਂ ਦੇ ਨਿਯਮਾਂ ਦਾ ਪ੍ਰਯੋਗ ਕਰਦੇ ਹੋਏ ਸਰਲ ਕਰੋ ਅਤੇ ਉੱਤਰ ਨੂੰ ਘਾਤ ਅੰਕੀ ਰੂਪ ਵਿੱਚ ਲਿਖੋ, ਠੀਕ ਹੈ। ਸਾਡਾ ਜਿਵੇਂ ਪਹਿਲਾ ਪਾਰਟ ਹੈਗਾ ਵਾ ਇਹਦਾ 3 ਦੀ ਰੇਸ ਪਾਵਰ 2 ਇੰਟੂ 3 ਦੀ ਰੇਸ ਪਾਵਰ 4 ਇੰਟੂ 3 ਦੀ ਰੇਸ ਪਾਵਰ 8, ਠੀਕ ਹੈ, ਇਹ ਵਾਲਾ ਵਾ, ਠੀਕ ਹੈ। ਹੁਣ ਅਸੀਂ ਫਾਰਮੂਲੇ ਕੀਤੇ ਹੋਏ ਆ ਇਹਨਾਂ ਦੇ, ਠੀਕ ਹੈ। ਏ ਐਮ ਇੰਟੂ ਏ ਐਨ ਵਿਚ ਇਜ਼ ਇਕੁਅਲ ਟੂ ਏ ਐਮ ਪਲੱਸ ਐਨ, ਠੀਕ ਹੈ। am divided by an which is equal to am minus n, ठीक है। am ਦੀ ਬਾਹਰ ਜੇ ਬ੍ਰੈਕਟ ਦੇ ਬਾਹਰ n ਹੋਵੇ ਤੇ amn ਗੁਣਾ ਹੋ ਜਾਂਦਾ ਵਾ, ਠੀਕ ਹੈ। a ਦੀ ਰੇਸ ਪਾਵਰ 0 which is equal to 1, ਠੀਕ ਹੈ। ਇਹ ਆਪਾਂ ਜਿਹੜੇ ਫਾਰਮੂਲੇ ਆ ਇਹ ਡਿਸਕਸ ਕੀਤੇ ਹੋਏ ਆ, ਠੀਕ ਹੈ। ਹੁਣ ਜਿੱਦਾਂ ਇੱਥੇ ਅਸੀਂ ਵੇਖੀਏ ਤੇ ਇਹ ਵੈਲਿਊਜ਼ ਜਿਹੜੀ ਸਾਡੀ ਸੇਮ ਆ 3 3 3 ਤੇ ਉੱਪਰ ਵਾਲੀਆਂ ਜਿਹੜੀਆਂ ਉਹ ਕੀ ਆ, ਚੇਂਜ ਆ, ਠੀਕ ਹੈ। ਜੇ ਅਸੀਂ ਆ ਪਹਿਲੀ ਨੂੰ ਫੜੀਏ ਤੇ ਸਾਡੇ ਕੋਲ ਇਹੀ ਚੀਜ਼ ਨਹੀਂ ਬਣ ਰਹੀ ਏ ਐਮ ਇੰਟੂ ਏ ਐਨ, ਤੇ ਸਾਡੇ ਕੋਲ ਕੀ ਆ ਜਾਏਗਾ ਏ ਐਮ ਪਲੱਸ ਐਨ, ਠੀਕ ਹੈ, ਤੇ ਗੁਣਾ 3 ਦੀ ਰੇਸ ਪਾਵਰ 8, ਠੀਕ ਹੈ। 4 5 ਤੇ 6, 3 ਦੀ ਰੇਸ ਪਾਵਰ 6 ਇੰਟੂ 3 ਦੀ ਰੇਸ ਪਾਵਰ 8, ਫਿਰ ਇਹ ਉਹੀ ਚੀਜ਼ ਬਣ ਗਈ ਏ ਐਮ ਇੰਟੂ ਏ ਐਨ, ਠੀਕ ਹੈ। ਏ ਥੱਲੇ ਤੇ ਉੱਪਰ ਕੀ ਆ ਐਮ ਪਲੱਸ ਐਨ, ਠੀਕ ਹੈ। ਤੇ ਅਸੀਂ ਕੀ ਆ ਉੱਪਰ ਵਾਲੇ ਨੂੰ ਜਿਹੜਾ ਵਾ ਉਹ ਪਲੱਸ ਕਰ ਦਾਂਗੇ ਤੇ ਸਾਡੇ ਕੋਲ ਆ ਜਾਏਗਾ 3 ਦੀ ਰੇਸ ਪਾਵਰ 14, ਠੀਕ ਹੈ। ਇਹ ਸਾਡਾ ਕੀ ਆ ਆਨਸਰ, ਠੀਕ ਹੈ। ਅਸੀਂ ਸਿੰਪਲ ਫਾਰਮੂਲੇ ਯੂਜ਼ ਕਰਕੇ ਤੇ ਸੋਲਵ ਕਰਨੇ ਆ। ਜਿੱਦਾਂ ਹੁਣ ਦੂਸਰਾ ਕੀ ਆ 6 ਦੀ ਰੇਸ ਪਾਵਰ 15 ਡਿਵਾਈਡਡ ਬਾਈ 6 ਦੀ ਰੇਸ ਪਾਵਰ 10, ਠੀਕ ਹੈ। ਏ ਐਮ ਡਿਵਾਈਡਡ ਬਾਈ ਏ ਐਨ, ਫਾਰਮੂਲਾ ਕੀ ਸੀ ਏ ਐਮ ਡਿਵਾਈਡਡ ਬਾਈ ਏ ਐਨ ਵਿਚ ਇਜ਼ ਇਕੁਅਲ ਟੂ ਏ ਐਮ ਮਾਈਨਸ ਐਨ, ਦੈਟ ਮੀਨਸ 6 ਦੀ ਰੇਸ ਪਾਵਰ 15 ਮਾਈਨਸ 10, ਸਾਡੇ ਕੋਲ ਆਨਸਰ ਆ ਜਾਏਗਾ 6 ਦੀ ਰੇਸ ਪਾਵਰ 5, ਠੀਕ ਹੈ। ਸੇਮ ਉਸੇ ਤਰ੍ਹਾਂ ਹੀ ਅਗਲਾ ਏ ਐਮ ਇੰਟੂ ਏ ਐਨ ਵਾਲੀ ਫਾਰਮ ਬਣਦੀ ਪਈ ਹੈ, ਠੀਕ ਹੈ। 7 ਵਾਲਾ ਵੀ ਸੇਮ ਉਸੇ ਤਰ੍ਹਾਂ ਹੀ ਹੈ, ਠੀਕ ਹੈ। ਹੁਣ ਇਹ ਵਾਲਾ 5th ਪਾਰਟ ਵੇਖੋ, 5th ਪਾਰਟ 'ਚ ਸਾਡੇ ਕੋਲ ਹੈਗਾ ਵਾ 5 ਦੀ ਰੇਸ ਪਾਵਰ 2 ਦੀ ਹੋਲ ਰੇਸ ਪਾਵਰ 3 ਡਿਵਾਈਡਡ ਬਾਈ 5 ਦੀ ਰੇਸ ਪਾਵਰ 3, ਠੀਕ ਹੈ। ਪਹਿਲਾਂ ਅਸੀਂ ਇਹ ਚੀਜ਼ ਨੂੰ ਵੇਖੀਏ ਤੇ ਉਹ ਆਹ ਚੀਜ਼ ਬਣਦੀ ਪਈ ਹੈ ਏ ਐਮ ਤੇ ਹੋਲ ਰੇਸ ਪਾਵਰ ਐਨ, ਉਹ ਸਾਡੇ ਕੋਲ ਕੀ ਹੈ ਗੁਣਾ ਹੋ ਜਾਂਦਾ ਵਾ 5 2 ਇੰਟੂ 3 ਡਿਵਾਈਡਡ ਬਾਈ 5 ਦੀ ਰੇਸ ਪਾਵਰ 3 ਐਜ਼ ਇਟ ਇਜ਼, 3 2 ਆਰ 6, ਠੀਕ ਹੈ। ਇਹ ਆ ਗਿਆ 6। ਹੁਣ ਕੀ ਹੈ ਏ ਐਮ ਡਿਵਾਈਡਡ ਬਾਈ ਏ ਐਨ, ਤੇ ਉਹ ਕੀ ਹੈ ਏ ਐਮ ਮਾਈਨਸ ਐਨ, ਤੇ ਸਾਡੇ ਕੋਲ ਆ ਜਾਏਗਾ 6 ਮਾਈਨਸ 3 ਵਿਚ ਇਜ਼ ਇਕੁਅਲ ਟੂ 5 ਦੀ ਰੇਸ ਪਾਵਰ 3, ਠੀਕ ਹੈ। ਉਸ ਤੋਂ ਬਾਅਦ ਜਿਹੜੇ ਬਾਕੀ ਸਾਹਮਣੇ ਉਹ ਤੁਸੀਂ ਖੁਦ ਸੋਲਵ ਕਰਨੇ ਆ, ਠੀਕ ਆ। ਉਸ ਤੋਂ ਬਾਅਦ ਸੈਕਿੰਡ ਪਾਰਟ ਵੇਖੋ, ਹੇਠ ਲਿਖਿਆਂ ਵਿੱਚੋਂ ਹਰ ਇੱਕ ਨੂੰ ਸਰਲ ਕਰਕੇ ਘਾਤ ਅੰਕੀ ਰੂਪ ਉਹੀ ਜਿੱਦਾਂ ਮਤਲਬ ਮਲਟੀਪਲਾਈ ਇੱਦਾਂ ਵਾਲੇ ਰੂਪ ਦੇ ਵਿੱਚ ਹੀ ਅਸੀਂ ਲਿਖਣਾ ਵਾ, ਠੀਕ ਹੈ। ਉਹਦਾ ਜਿੱਦਾਂ ਹੁਣ ਪਹਿਲਾ ਪਾਰਟ ਵੇਖੋ ਸੈਕਿੰਡ ਕੁਐਸਚਨ ਦਾ, ਸਾਡੇ ਕੋਲ ਇਹਨੂੰ ਕੀ ਅਸੀਂ ਸੋਲਵ ਕਰਕੇ ਤੇ ਘਾਤ ਅੰਕੀ ਰੂਪ 'ਚ 2 ਦੀ ਰੇਸ ਪਾਵਰ 3 3 ਦੀ ਰੇਸ ਪਾਵਰ 4 ਇੰਟੂ 4 ਤੇ ਡਿਵਾਈਡਡ ਬਾਈ 3 ਇੰਟੂ 32, ਠੀਕ ਹੈ। ਇਹ ਵਾ ਸਮ ਸਾਡੇ ਕੋਲ, ਠੀਕ ਹੈ। ਇਹਨੂੰ ਅਸੀਂ ਫਾਰਮੂਲਿਆਂ ਨਾਲ ਵੀ ਯੂਜ਼ ਕਰ ਸਕਦੇ ਹਾਂ, ਇਹਨੂੰ ਅਸੀਂ ਸਿੰਪਲ ਵੀ ਯੂਜ਼ ਕਰ ਸਕਦੇ ਹਾਂ। ਹੁਣ ਜਿੱਦਾਂ ਕੀ ਆ ਸਾਰੇ ਗੁਣਾ ਹੁੰਦੇ ਆ, ਠੀਕ ਹੈ। ਅਸੀਂ ਕੀ ਆ ਇਹਨੂੰ ਕਟਿੰਗ ਕਰ ਦਈਏ, 4 ਦੇ ਟੇਬਲ 'ਚ 32 ਕਿੱਥੇ ਆਉਂਦਾ ਵਾ 8, ਠੀਕ ਹੈ। ਉਸ ਤੋਂ ਬਾਅਦ ਹੁਣ ਜੇ ਅਸੀਂ ਇੱਥੇ ਫਾਰਮੂਲਾ ਯੂਜ਼ ਕਰਨਾ ਚਾਹੀਏ ਤੇ ਸਾਡੇ ਕੋਲ ਇੱਥੇ ਕੀ ਹੈ 2 ਦੀ ਰੇਸ ਪਾਵਰ 3 3 ਦੀ ਰੇਸ ਪਾਵਰ 4, ਇੱਥੇ ਕੀ ਹੈ 3 ਤੇ 2 ਨੂੰ ਜੇ ਮੈਂ 2 ਦੀ ਰੇਸ ਪਾਵਰ 3 ਲਿਖਦਾ ਤੇ ਸੇਮ ਚੀਜ਼ ਨਹੀਂ ਹੋਏਗੀ, 8 ਨਹੀਂ ਹੋ ਜਾਏਗਾ। ਜਦੋਂ ਅਸੀਂ 2 2 ਤੇ 2 ਗੁਣਾ ਕਰਦੇ ਹਾਂ 2 2 ਆਰ 4 ਤੇ 4 2 ਆਰ 8, ਤੇ ਮੇਰੇ ਕੋਲ ਕੀ ਆ 2 ਦੀ ਰੇਸ ਪਾਵਰ 3, ਠੀਕ ਹੈ। ਇਹ ਕੀ ਸਾਡੇ ਕੋਲ ਕੱਟੇ ਗਏ। ਹੁਣ ਮੇਰੇ ਕੋਲ ਕੀ ਆ ਰਿਹਾ ਵਾ 3 ਦੀ ਰੇਸ ਪਾਵਰ 4 ਡਿਵਾਈਡਡ ਬਾਈ 3, ਮਤਲਬ ਇੱਥੇ ਕੁਛ ਨਹੀਂ ਲੱਗਾ, ਦੈਟ ਮੀਨਸ ਇੱਥੇ 1 ਲੱਗਾ ਵਾ, ਡਿਵਾਈਡ ਹੋਣ ਦਿਆ ਵਾ, ਸੋ ਸਾਡਾ ਫਾਰਮੂਲਾ ਚੱਲ ਜਾਏਗਾ ਮਾਈਨਸ ਵਾਲਾ। ਸੋ 3 4 ਮਾਈਨਸ 1 ਸਾਡੇ ਕੋਲ ਆ ਗਿਆ 3 ਦੀ ਰੇਸ ਪਾਵਰ 3 ਆਨਸਰ। ਉਸ ਤੋਂ ਬਾਅਦ ਨੈਕਸਟ ਆ ਕੀ ਹੈ ਏ ਐਮ ਐਨ ਵਾਲੀ ਫਾਰਮ, ਠੀਕ ਹੈ। ਪਹਿਲਾਂ ਅਸੀਂ ਕੀ ਹੈ ਇਹਨੂੰ ਗੁਣਾ ਕਰਾਂਗੇ 5 ਦੀ 3 2 ਆਰ 6, 5 ਦੀ ਰੇਸ ਪਾਵਰ 6 ਇੰਟੂ 5 ਦੀ ਰੇਸ ਪਾਵਰ 4, ਠੀਕ ਹੈ। ਸੋ 6 ਤੇ 4 ਇਹਨੂੰ ਅਸੀਂ ਕਿੱਦਾਂ ਸੋਲਵ ਕਰ ਸਕਦੇ ਹਾਂ। ਸੈਕਿੰਡ ਪਾਰਟ
इज़ 5 ਦੀ ਰੇਸ ਪਾਵਰ 2 ਦੀ ਹੋਲ ਰੇਸ ਪਾਵਰ 3 ਤੇ 5 ਦੀ ਰੇਸ ਪਾਵਰ 4 ਤੇ ਡਿਵਾਈਡਡ ਬਾਈ 5 ਦੀ ਰੇਸ ਪਾਵਰ 7 ਠੀਕ ਹੈ ਇਹ ਸਮ। ਸੋ 3 2 ਆਰ 6 ਇੰਟੂ 5 ਦੀ ਰੇਸ ਪਾਵਰ 4 ਡਿਵਾਈਡਡ ਬਾਈ 5 ਦੀ ਰੇਸ ਪਾਵਰ 7। ਪਹਿਲਾਂ ਅਸੀਂ ਇਹਨੂੰ ਸੋਲਵ ਕਰਾਂਗੇ। ਮਲਟੀਪਲਾਈ ਵਾਲੇ 'ਚ ਕੀ ਹੁੰਦਾ ਵਾ ਪਲੱਸ ਹੋ ਜਾਂਦੀਆਂ ਵਾ ਉੱਪਰਲੀਆਂ ਪਾਵਰਸ ਤੇ ਇਹਨੂੰ ਐਜ਼ ਇਟ ਇਜ਼ ਹੀ ਠੀਕ ਹੈ। ਸੋ ਇਹ ਕੀ ਆ ਗਿਆ ਸਾਡੇ ਕੋਲ 10 ਡਿਵਾਈਡਡ ਬਾਈ 5 ਦੀ ਰੇਸ ਪਾਵਰ 7। ਹੁਣ ਡਿਵਾਈਡ ਵਾਲੇ 'ਚ ਕੀ ਆ ਉੱਪਰਲੀਆਂ ਪਾਵਰਸ ਨੇ ਮਾਈਨਸ ਹੋ ਜਾਣਾ ਵਾ ਤੇ ਮੇਰੇ ਕੋਲ ਆ ਗਿਆ 5 ਦੀ ਰੇਸ ਪਾਵਰ 3 ਆਨਸਰ ਠੀਕ ਹੈ। ਬਾਕੀ ਸਮ ਵੀ ਤੁਸੀਂ ਇਹਦੇ ਇੱਦਾਂ ਹੀ ਸੋਲਵ ਕਰਨੇ ਨੇ ਠੀਕ ਹੈ। ਹੁਣ ਇਹ ਵਾਲਾ ਸਮ ਜਿਹੜਾ ਦੇਖੋ 7th ਪਾਰਟ 2 ਦੀ ਰੇਸ ਪਾਵਰ 0 3 ਦੀ ਰੇਸ ਪਾਵਰ 0 ਤੇ 4 ਦੀ ਰੇਸ ਪਾਵਰ 0। ਇਹਦੇ ਵਿੱਚ ਕੀ ਆ ਜਿੱਦਾਂ ਅਸੀਂ ਕਿਹੜੀ ਫਾਰਮ ਕੀਤੀ ਸੀਗੀ 2 ਦੀ ਰੇਸ ਪਾਵਰ 0 3 ਦੀ ਰੇਸ ਪਾਵਰ 0 ਤੇ 4 ਦੀ ਰੇਸ ਪਾਵਰ 0। a ਦੀ ਪਾਵਰ 0 ਵਿਚ ਇਜ਼ ਇਕੁਅਲ ਟੂ 1 ਸੋ ਇਹਦੀ ਕੀ ਆ ਗਈ 1 1 1 ਤੇ ਮੇਰਾ ਆਨਸਰ ਆ ਜਾਏਗਾ 1 ਠੀਕ ਹੈ। ਸੋ ਬਾਕੀ ਪਾਰਟ ਜਿਹੜੇ ਆ ਤੁਸੀਂ ਖੁਦ ਸੋਲਵ ਕਰੋਗੇ। ਥਰਡ ਹੈਗਾ ਹੈ ਕਿ ਦੱਸੋ ਕਿ ਹੇਠ ਲਿਖੇ ਕਥਨ ਸੱਚ ਹਨ ਜਾਂ ਨਹੀਂ ਅਤੇ ਆਪਣੇ ਉੱਤਰ ਦਾ ਕਾਰਨ ਵੀ ਦਿਓ। ਅਸੀਂ ਕੀ ਆ ਇਹਨਾਂ ਨੂੰ ਦੱਸਣਾ ਹੈ ਕਿ ਇਹ ਟਰੂ ਆ ਜਾਂ ਫਾਲਸ ਆ ਤੇ ਉਹਨਾਂ ਦਾ ਅਸੀਂ ਰੀਜ਼ਨ ਵੀ ਦੇਣਾ ਹੈ ਕਿ ਕਿਉਂ। ਜਿੱਦਾਂ ਕਿ ਹੁਣ ਅਸੀਂ ਥਰਡ ਦਾ ਫਸਟ ਪਾਰਟ ਲਈਏ ਸਾਡੇ ਕੋਲ ਹੈਗਾ ਵਾ 10 ਇੰਟੂ 10 ਦੀ ਰੇਸ ਪਾਵਰ 11 ਵਿਚ ਇਜ਼ ਇਕੁਅਲ ਟੂ 100 ਦੀ ਰੇਸ ਪਾਵਰ 11। ਇਹ ਸਾਫ਼-ਸਾਫ਼ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਹ ਕਥਨ ਜਿਹੜਾ ਵਾ ਗਲਤ ਆ। ਗਲਤ ਕਿਉਂ ਆ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਕੋਲ ਫਾਰਮੂਲਾ ਕੀ ਹੁੰਦਾ ਵਾ am ਇੰਟੂ an ਵਿਚ ਇਜ਼ ਇਕੁਅਲ ਟੂ am ਪਲੱਸ n। ਸੋ ਇਹ ਕੀ ਹੈ a ਦੀ ਜਗ੍ਹਾ 'ਤੇ 10 ਆ ਗਿਆ ਠੀਕ ਹੈ। ਅਤੇ ਸੋ ਜੇ ਇੱਥੇ ਕੁਛ ਨਹੀਂ ਹੈਗਾ ਤਾਂ ਇੱਥੇ ਕੀ ਹੈ 1 ਸੋ 1 ਪਲੱਸ 11 ਠੀਕ ਹੈ। ਉਹ ਕੀ ਆ ਜਾਏਗਾ 10 ਦੀ ਰੇਸ ਪਾਵਰ 12। ਇਹਨੂੰ ਸੋਲਵ ਕਰਦੇ ਹਾਂ ਤਾਂ ਸਾਡੇ ਕੋਲ ਕੀ ਹੈ 10 ਦੀ ਰੇਸ ਪਾਵਰ 12 ਆਉਂਦੀ ਹੈ ਜਦ ਕਿ ਉਹਨਾਂ ਨੇ ਸਾਨੂੰ 100 ਦੀ ਰੇਸ ਪਾਵਰ 11 ਦਿੱਤੀ ਹੈ ਜੋ ਕਿ ਇਹ ਗਲਤ ਆ। ਸੋ ਅਸੀਂ ਕਹਿ ਦਾਂਗੇ ਕਿ ਇਹ ਪਹਿਲੇ ਵਾਲਾ ਕਥਨ ਜਿਹੜਾ ਵਾ ਉਹ ਸੱਚ ਨਹੀਂ ਹੈ। ਉਸ ਤੋਂ ਬਾਅਦ ਸੈਕਿੰਡ ਜੀ ਵੇਖੀਏ ਪਾਰਟ ਉਹਦੇ ਵਿੱਚ ਕੀ ਆ ਅਸੀਂ ਸੋਲਵ ਕਰਕੇ ਵੇਖਣਾ 2 ਦੀ ਰੇਸ ਪਾਵਰ 3 ਵਿਚ ਇਜ਼ ਗ੍ਰੇਟਰ ਦੈਨ 5 ਦੀ ਰੇਸ ਪਾਵਰ 2। ਇਹਨੂੰ ਪਿਛਲੀ ਜਿੱਦਾਂ ਐਕਸਰਸਾਈਜ਼ 'ਚ ਅਸੀਂ ਸੋਲਵ ਕਰਕੇ ਵੇਖਿਆ ਸੀ ਸੋਲਵ ਕਰ ਲਓ। 2 2 ਆਰ 4 4 2 ਆਰ 8 ਠੀਕ ਹੈ। ਅਤੇ 5 ਨੂੰ ਸੋਲਵ ਕਰਾਂਗੇ ਤਾਂ 5 5 ਆਰ 25 ਵੱਡਾ ਕਿਹੜਾ ਵਾ 25 ਬਟ ਇਹਨਾਂ ਨੇ 2 ਦੀ ਰੇਸ ਪਾਵਰ 3 ਕਿਹਾ ਸੀ ਸੋ ਇਹ ਕਥਨ ਵੀ ਜਿਹੜਾ ਵਾ ਗਲਤ। ਥਰਡ ਪਾਰਟ 2 ਦੀ ਰੇਸ ਪਾਵਰ 3 ਇੰਟੂ 3 ਦੀ ਰੇਸ ਪਾਵਰ 2 ਉਹਨੂੰ ਕੀ ਕੀਤਾ ਇਹਨਾਂ ਨੇ 6 ਦੀ ਰੇਸ ਪਾਵਰ 5। ਇਹ ਵੀ ਸਿੱਧੇ ਦਾ ਸਿੱਧਾ ਗਲਤ ਆ ਕਿਉਂਕਿ ਆਪਾਂ ਜਿਹੜਾ ਵਾ ਸੇਮ ਵੈਲਿਊਜ਼ ਹੋਣ ਤੇ ਉਹਨਾਂ ਨੂੰ ਕਰਦੇ ਹਾਂ। ਇੱਥੇ ਸਾਡਾ ਕੀ ਸੀਗਾ ਥਰਡ 2 ਦੀ ਰੇਸ ਪਾਵਰ 3 ਇੰਟੂ 3 ਦੀ ਰੇਸ ਪਾਵਰ 2 ਵਿਚ ਇਜ਼ ਇਕੁਅਲ ਟੂ 6 ਦੀ ਰੇਸ ਪਾਵਰ 5। ਇਹਨੂੰ ਜੇ ਅਸੀਂ ਸੋਲਵ ਕਰਦੇ ਹਾਂ ਇੱਥੇ ਸਾਡੇ ਕੋਲ ਆ ਗਿਆ 8 ਤੇ 3 3 ਆਰ 9 ਠੀਕ ਹੈ। 9 3 ਆਰ 72 ਸਾਡੇ ਕੋਲ ਆਉਂਦਾ ਵਾ 72 ਆਨਸਰ ਠੀਕ ਹੈ ਜੋ ਕਿ 6 ਦੀ ਰੇਸ ਪਾਵਰ 5 ਨਹੀਂ ਬਣਦਾ। ਸੋ ਇਹ ਵੀ ਕਥਨ ਕੀ ਹੋ ਜਾਏਗਾ ਸਾਡੇ ਕੋਲ ਗਲਤ। ਉਸ ਤੋਂ ਬਾਅਦ ਫੋਰਥ ਪਾਰਟ ਹੈਗਾ ਕਿ 3 ਦੀ ਰੇਸ ਪਾਵਰ 0 ਵਿਚ ਇਜ਼ ਇਕੁਅਲ ਟੂ 1000 ਦੀ ਰੇਸ ਪਾਵਰ 0। ਇਹ ਕੀ ਹੈ ਕਥਨ ਸਹੀ ਆ ਕਿਉਂਕਿ ਕਿਸੇ ਦੀ ਵੀ ਪਾਵਰ 0 ਹੋਏਗੀ ਇੱਥੇ ਵੀ 1 ਆ ਜਾਏਗਾ ਇਹਦੀ ਪਾਵਰ 0 ਆ ਇੱਥੇ ਵੀ 1 ਆ ਜਾਏਗਾ। ਸੋ ਫੋਰਥ ਵਾਲਾ ਕਥਨ ਤੁਸੀਂ ਕਹਿ ਸਕਦੇ ਹੋ ਕਿ ਸਹੀ ਆ। ਉਸ ਤੋਂ ਬਾਅਦ ਚੌਥਾ ਹੈਗਾ ਹੈ ਕਿ ਹੇਠ ਲਿਖਿਆਂ ਵਿੱਚੋਂ ਹਰ ਇੱਕ ਨੂੰ ਕੇਵਲ ਅਬਾਜ ਗੁਣਨਖੰਡਾਂ ਦੀਆਂ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ। ਸੇਮ ਉਸੇ ਤਰ੍ਹਾਂ ਹੀ ਜਿੱਦਾਂ ਅਸੀਂ ਪਿਛਲੀ ਐਕਸਰਸਾਈਜ਼ 'ਚ ਕੀਤਾ ਸੀਗਾ ਠੀਕ ਹੈ। 108 ਇੰਟੂ 192 ਸੇਮ ਪਹਿਲਾਂ ਅਸੀਂ ਕੀ ਆ ਉੱਥੇ 1 ਦਾ ਸੀਗਾ ਇੱਥੇ ਹੁਣ ਸਾਨੂੰ ਅਲੱਗ-ਅਲੱਗ ਐਲਸੀਅਮ ਲੈਣਾ ਪਏਗਾ। ਪਹਿਲਾਂ ਅਸੀਂ 108 ਦਾ ਲਵਾਂਗੇ 2 5 ਆਰ 2 4 ਆਰ 2 2 ਆਰ 4 2 7 ਆਰ 14 ਠੀਕ ਹੈ। 3 9 ਆਰ 27 3 3 ਆਰ 9 ਤੇ 3 1 ਆਰ 3। ਉਸ ਤੋਂ ਬਾਅਦ ਦੂਸਰੀ ਸਾਈਡ 'ਤੇ 192 ਠੀਕ ਹੈ 2 ਦੇ ਟੇਬਲ 'ਤੇ 2 9 ਆਰ 18 2 6 ਆਰ 12 2 4 ਆਰ 8 2 8 ਆਰ 16 2 2 आर 4 2 4 आर 8 2 1 आर 2 2 2 आर 4 2 6 आर 12 2 3 आर 6 ਤੇ 3 1 ਆਰ 3। ਜੇ ਅਸੀਂ 108 ਦਾ ਵੇਖੀਏ ਤਾਂ ਸਾਡੇ ਕੋਲ ਆ ਗਿਆ 2 ਇੰਟੂ 2 ਇੰਟੂ 3 ਇੰਟੂ 3 ਇੰਟੂ 3 ਅਤੇ ਜੇ ਅਸੀਂ 192 ਦਾ ਵੇਖੀਏ ਤਾਂ 2 ਇੰਟੂ 2 ਇੰਟੂ 2 ਇੰਟੂ 2 ਇੰਟੂ 2 ਇੰਟੂ 2 ਇੰਟੂ 3 1 2 3 4 5 6 1 2 3 4 5 ਤੇ 6 ਠੀਕ ਹੈ। ਇਹਨਾਂ ਦੋਵਾਂ ਨੂੰ ਸੋਲਵ ਕਰਕੇ ਹੁਣ ਜੇ ਅਸੀਂ ਵੇਖੀਏ ਤਾਂ 2 ਦੀ ਕਿੰਨੇ ਨੇ 1 2 3 4 5 6 7 8 ਸੋ ਅਸੀਂ ਇਹਨੂੰ ਲਿਖ ਸਕਦੇ ਹਾਂ 2 ਦੀ ਰੇਸ ਪਾਵਰ 8 ਇੰਟੂ 1 2 3 ਤੇ 4 3 ਦੀ ਰੇਸ ਪਾਵਰ 4।
ਸੋ ਇਹਨਾਂ ਨੂੰ ਗੁਣਾ ਕਰਕੇ ਸਾਡਾ ਜਿਹੜਾ ਵਾ ਘਾਤ ਅੰਕੀ ਰੂਪ ਦੇ ਵਿੱਚ ਆ ਆਨਸਰ ਆਉਂਦਾ ਵਾ। ਠੀਕ ਹੈ, ਸੇਮ ਉਸੇ ਤਰ੍ਹਾਂ ਹੀ ਤੁਸੀਂ ਸੈਕਿੰਡ ਪਾਰਟ ਸੋਲਵ ਕਰੋਗੇ, ਥਰਡ ਕਰੋਗੇ, ਫੋਰਥ ਕਰੋਗੇ ਤੇ ਉਹਨੂੰ ਵੀ ਘਾਤ ਅੰਕੀ ਰੂਪ ਵਿੱਚ ਇਦਾਂ ਹੀ ਲਿਖੋਗੇ। ਉਸ ਤੋਂ ਬਾਅਦ ਫਿਫਥ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਸਮ ਸਮਝਾ ਦਿੰਦੀ ਹਾਂ, ਬਾਕੀ ਜਿਹੜਾ ਤੁਸੀਂ ਉਹਨੂੰ ਖੁਦ ਕਰੋਗੇ। ਜਿੱਦਾਂ ਅਸੀਂ ਪਹਿਲਾ ਸਮ ਵੇਖਦੇ ਹਾਂ 2 ਦੀ ਰੇਸ ਪਾਵਰ 5 ਦਾ ਹੋਲ ਰੇਸ ਪਾਵਰ 2 ਇੰਟੂ 7 ਦੀ ਰੇਸ ਪਾਵਰ 3 ਡਿਵਾਈਡਡ ਬਾਈ 8 ਦੀ ਰੇਸ ਪਾਵਰ 3 ਇੰਟੂ 7। ਠੀਕ ਹੈ, ਇਹ ਸਮ ਆ ਸਾਡਾ। ਪਹਿਲਾਂ ਅਸੀਂ ਕੀ ਹੈ AMN ਵਾਲੀ ਫਾਰਮ ਕਰਾਂਗੇ 5 ਇੰਟੂ 2, ਸੋ 5 2 ਆ 10। ਠੀਕ ਹੈ, 7 ਦੀ ਰੇਸ ਪਾਵਰ 3। ਹੁਣ 8 ਕੀ ਹੈ, ਆਪਾਂ ਜਿੱਦਾਂ ਪਿੱਛੇ ਕੀਤਾ ਸੀਗਾ ਕਿ 2 ਦੀ ਰੇਸ ਪਾਵਰ 3 ਮੈਂ ਇਹਨੂੰ ਇੱਦਾਂ ਲਿਖ ਸਕਦੀ ਹਾਂ। ਠੀਕ ਹੈ, ਇੰਟੂ 3। ਜੇ ਇਹਨੂੰ ਸੋਲਵ ਕਰਾਂਗੇ ਤਾਂ ਮੇਰੇ ਕੋਲ 8 ਹੀ ਬਣੇਗਾ। ਠੀਕ ਹੈ, ਸੋ 3 3 ਆ 9, ਸਾਡੇ ਕੋਲ ਆ ਜਾਏਗਾ 2 ਦੀ ਰੇਸ ਪਾਵਰ 10 7 ਦੀ ਰੇਸ ਪਾਵਰ 3 ਡਿਵਾਈਡਡ ਬਾਈ 2 ਦੀ ਰੇਸ ਪਾਵਰ 9 ਇੰਟੂ 7। ਸੋ AM ਡਿਵਾਈਡਡ ਬਾਈ AN ਦੀ ਫਾਰਮ ਵੇਖੀਏ ਤੇ 2 10 ਮਾਈਨਸ 9 ਆ ਜਾਏਗਾ ਗੁਣਾ 7 3 ਮਾਈਨਸ 1, ਇੱਥੇ ਕੀ ਆ 1। ਸੋ ਸਾਡਾ ਆਨਸਰ ਆ ਜਾਏਗਾ 2 ਦੀ ਰੇਸ ਪਾਵਰ 1 ਇੰਟੂ 7 ਦੀ ਰੇਸ ਪਾਵਰ 2। ਠੀਕ ਹੈ, ਸੋ ਸਾਡਾ ਆਨਸਰ ਆ ਗਿਆ 2 ਦੀ ਰੇਸ ਪਾਵਰ 1 ਇੰਟੂ 7 ਦੀ ਰੇਸ ਪਾਵਰ 2। ਸੋ ਇਹਦੇ ਬਾਕੀ ਜਿਹੜੇ ਦੋ ਸਾਹਮਣੇ ਉਹ ਤੁਸੀਂ ਖੁਦ ਸੋਲਵ ਕਰਨੇ ਆ ਤੇ ਸਾਰੀ ਐਕਸਰਸਾਈਜ਼ ਸੋਲਵ ਕਰਕੇ ਤੇ ਸਾਨੂੰ ਭੇਜਣੀ ਆ। ਥੈਂਕ ਯੂ।